Good morning, student. Most welcome in our online classes. Today, your EVS class. Open your book, page number 22, lesson 6, sense organs. Once I repeat, open your book, page number 22, lesson 6, sense organs. According to chapter, sense organs is a part of our body. In last days, you receive PDF file of this chapter, but today we will discuss of this chapter by video. So one is the most important thing is that, listen student, be carefully. One is the most important thing is that you have too much need of EVS book, notebook, because without book you can't understand chapter, and without notebook you can't do back exercise of a book. Secondly, here you have also too much need of PDF file, because without PDF file you can't imagine of a lesson. Okay student, ਤੁਹਾਨੂੰ PDF ਫਾਈਲ EVS ਬੁੱਕ ਔਰ ਨੋਟਬੁੱਕ ਦੀ ਟੂ ਮੱਚ ਨੀਡ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ। ਤੁਸੀਂ EVS ਦੀ ਬੁੱਕ ਤੋਂ ਬਿਨਾ ਆਪਣੇ ਲੈਸਨ ਨੂੰ ਸਮਝ ਨਹੀਂ ਸਕਦੇ, ਕਾਂਟ ਅੰਡਰਸਟੈਂਡ, ਸਮਝ ਨਹੀਂ ਸਕਦੇ। ਨੋਟਬੁੱਕ ਤੋਂ ਬਿਨਾ ਤੁਸੀਂ ਜੋ ਚੈਪਟਰ ਉਹਦੀ ਬੈਕ ਐਕਸਰਸਾਈਜ਼ ਨਹੀਂ ਕਰ ਸਕਦੇ, ਕੁਐਸਚਨ ਆਨਸਰ ਨਹੀਂ ਕਰ ਸਕਦੇ, ਐਂਡ PDF ਫਾਈਲ ਤੋਂ ਬਿਨਾ ਤੁਸੀਂ ਲੈਸਨ ਨੂੰ ਇਮੇਜਿਨ ਨਹੀਂ ਕਰ ਸਕਦੇ ਕਿ ਸਟੋਰੀ ਦੇ ਵਿੱਚ ਕੀ ਹੈ, ਲੈਸਨ ਦੀ ਜੋ ਪ੍ਰਪੇਰੇਸ਼ਨ ਹੋਈ ਹੈ ਕਿੱਦਾਂ ਹੋਈ ਹੈ, ਸੀਕੁਐਂਸ ਕਿਵੇਂ ਬਣਦੀ ਆ, ਉਹ ਤੁਹਾਨੂੰ PDF ਫਾਈਲ ਦੇ ਵਿੱਚੋਂ ਮਿਲੂਗੀ। ਸੋ 3 ਪਾਰਟਸ very compulsory, very important. Okay, let's start a lesson. Our body uses 5 senses: sight, hearing, smell, taste and touch to feel sense the things around us. ਸਾਡੀ ਜਿਹੜੀ ਸਰੀਰ ਹੈ ਉਹਦੇ ਵਿੱਚ 5 ਸੈਂਸ ਹੁੰਦੀਆਂ, 5 ਇੰਦਰੀਆਂ ਹੁੰਦੀਆਂ, ਜਿਹੜੀਆਂ ਕੀ ਕਰਦੀਆਂ ਜੀ, ਸਾਈਟ ਦੇਖਦੀਆਂ, ਹੀਅਰਿੰਗ ਸੁਣਦੀਆਂ, ਸਮੈਲ ਖੁਸ਼ਬੂ ਲੈਂਦੀਆਂ, ਟੇਸਟ ਸਵਾਦ ਲੈਂਦੀਆਂ, ਟੱਚ ਛੂਹਦੀਆਂ, ਟੂ ਫੀਲ ਅਤੇ ਮਹਿਸੂਸ ਕਰਦੀਆਂ, ਸੈਂਸ ਦੀ ਥਿੰਗ ਅਰਾਊਂਡ ਅਸ, ਜੋ ਚੀਜ਼ਾਂ ਸਾਡੇ ਆਲੇ ਦੁਆਲੇ ਆ ਉਹਨਾਂ ਚੀਜ਼ਾਂ ਨੂੰ ਕੀ ਕਰਦੀਆਂ ਜੀ, ਛੂਹਦੀਆਂ, ਜੋ ਉਹਨਾਂ ਨੂੰ ਦੇਖਦੀਆਂ, ਸੁਣਦੀਆਂ। The sense organs which we get this information are known as the sense organs. ਕਹਿੰਦੇ ਉਹ ਵਾਲੀਆਂ ਗਿਆਨ ਇੰਦਰੀਆਂ ਜਿਨ੍ਹਾਂ ਦੇ ਰਾਹੀਂ ਅਸੀਂ ਕੀ ਕਰਦੇ ਹਾਂ, ਜਾਣਕਾਰੀ ਇਕੱਠੀ ਕਰਦੇ ਹਾਂ, ਉਹਨਾਂ ਨੂੰ ਸੈਂਸ ਔਰਗਨਸ ਕਿਹਾ ਜਾਂਦਾ। ਥੀਜ਼ ਔਰਗਨਸ ਆਰ ਆਈਜ਼, ਈਅਰਸ, ਨੋਜ਼, ਟੰਗ ਐਂਡ ਸਕਿਨ। ਇਹ ਵਾਲੇ ਜਿਹੜੇ ਔਰਗਨਸ ਹੈ ਉਹ ਕੀ ਹੈ ਜੀ, ਆਈਜ਼ ਹਨ, ਅੱਖਾਂ ਹਨ, ਕੰਨ ਹਨ, ਨੱਕ, ਜੀਭ ਅਤੇ ਸਾਡੀ ਚਮੜੀ ਆ। ਫਸਟ ਆਫ ਆਲ ਵੀ ਵਿਲ ਡਿਸਕਸ ਅਬਾਊਟ ਆਈਜ਼। ਆਈਜ਼ ਸੈਂਸ ਆਫ ਸਾਈਟ, ਅੱਖਾਂ ਅਤੇ ਉਹਨਾਂ ਦੇਖਣ ਦੀ ਸ਼ਕਤੀ। ਸੈਂਸ ਮੀਨਸ ਇੰਦਰੀਆਂ, ਆਫ ਸਾਈਟ ਦੇਖਣ ਦਾ ਦ੍ਰਿਸ਼, ਉਹਦਾ ਦੇਖਣ ਦੀ ਦ੍ਰਿਸ਼ ਕੀ ਹੈ, ਦ੍ਰਿਸ਼ਟੀ ਕੀ ਹੈ ਜੀ, ਉਸ ਚੀਜ਼ ਨੂੰ ਐਕਸਪਲੇਨ ਕੀਤਾ। ਆਵਰ ਆਈਜ਼ ਹੈਲਪਸ ਅਸ ਟੂ ਸੀ ਆਬਜੈਕਟ ਅਰਾਊਂਡ ਅਸ। ਸਾਡੀਆਂ ਅੱਖਾਂ ਜੋ ਸਾਡੇ ਆਸ ਪਾਸ ਚੀਜ਼ਾਂ ਹਨ, ਵਸਤੂਆਂ ਹਨ, ਉਹਨਾਂ ਨੂੰ ਦੇਖਦੀਆਂ। ਵੈਨ ਵੀ ਲੁੱਕ ਐਟ ਐਨ ਆਬਜੈਕਟ, ਜਦੋਂ ਅਸੀਂ ਕਿਸੇ ਆਬਜੈਕਟ ਨੂੰ, ਕਿਸੇ ਪ੍ਰਤੀਬਿੰਬ ਨੂੰ ਦੇਖ ਰਹੇ ਹੁੰਦੇ ਹਾਂ, ਦਾ ਲਾਈਟ ਫਰੋਮ ਦੀ ਆਬਜੈਕਟ ਇੰਟਰਸ ਆਵਰ ਆਈਜ਼, ਤਾਂ ਜੋ ਰੋਸ਼ਨੀ ਹੈ ਉਹ ਸਾਡੀਆਂ ਅੱਖਾਂ ਦੇ ਵਿੱਚ ਇੰਟਰ ਕਰਦੀ ਹੈ। ਐਂਡ ਇਮੀਡੀਏਟਲੀ, ਅਤੇ ਤੁਰੰਤ ਹੀ, ਸੈਂਡ ਸਿਗਨਲਸ ਟੂ ਦੀ ਬ੍ਰੇਨ, ਅਤੇ ਸਾਡੇ ਬ੍ਰੇਨ ਨੂੰ ਇੱਕ ਮੈਸੇਜ ਚਲਾ ਜਾਂਦਾ। ਸਾਡੇ ਸਾਹਮਣੇ ਜਦੋਂ ਕੋਈ ਚੀਜ਼ ਹੁੰਦੀ ਹੈ, ਮੰਨ ਲਓ ਸਾਡੇ ਸਾਹਮਣੇ ਇੱਕ ਪੈਨ ਹੁੰਦਾ ਹੈਗਾ, ਸਪੋਜ਼ ਕਰੋ, ਜਦੋਂ ਅਸੀਂ ਪੈਨ ਦੇ ਵੱਲ ਦੇਖਦੇ ਹਾਂ ਤਾਂ ਉਹ ਪੈਨ ਦੀ ਜੋ ਰੋਸ਼ਨੀ ਹੈ, ਉਸ ਰੋਸ਼ਨੀ ਦੇ ਰਾਹੀਂ ਜਦੋਂ ਅਸੀਂ ਪੈਨ ਨੂੰ ਦੇਖਿਆ ਤਾਂ ਉਹ ਦੇਖਣ ਦਾ ਸਿਗਨਲ ਨਾਲ ਦੀ ਨਾਲ ਕੀ ਹੋ ਜਾਂਦਾ ਜੀ, ਸਾਡੇ ਬ੍ਰੇਨ ਨੂੰ ਇੱਕ ਮੈਸੇਜ ਚਲਾ ਜਾਂਦਾ। ਦ ਬ੍ਰੇਨ ਹੈਲਪਸ ਅਸ ਟੂ ਨੋ ਦੀ ਸ਼ੇਪ, ਸਾਈਜ਼, ਕਲਰ ਆਫ ਦੀ ਆਬਜੈਕਟ ਵੀ ਆਰ ਸੀਇੰਗ। ਅਤੇ ਕਹਿੰਦੇ ਜਦੋਂ ਅਸੀਂ ਉਸ ਚੀਜ਼ ਨੂੰ ਦੇਖ ਲਿਆ, ਜੋ ਮੈਸੇਜ ਸਾਡੇ ਬ੍ਰੇਨ ਨੂੰ ਚਲਾ ਗਿਆ, ਕਹਿੰਦਾ ਬ੍ਰੇਨ ਉਸ ਚੀਜ਼ ਨੂੰ ਕੀ ਕਰਦਾ, ਨਾਲ ਦੀ ਨਾਲ ਮੈਸੇਜ ਦੇ ਦਿੰਦਾ ਕਿ ਤੁਸੀਂ ਉਸ ਚੀਜ਼ ਦਾ ਆਕਾਰ ਕੀ ਦੇਖਿਆ, ਉਸ ਚੀਜ਼ ਦਾ ਤੁਸੀਂ ਰੰਗ ਕੀ ਦੇਖਿਆ, ਅਤੇ ਤੁਸੀਂ ਉਸ ਚੀਜ਼ ਦਾ ਸਾਈਜ਼, ਸ਼ੇਪ ਮੀਨਸ ਕੀ ਦੇਖਿਆ। ਵਰਕਿੰਗ ਆਫ ਐਂਡ ਦੀ ਆਈਜ਼, ਆਈਜ਼ ਦਾ ਵਰਕਿੰਗ ਕੀ ਹੈ, ਐਨ ਆਬਜੈਕਟ ਇਜ਼ ਇਨ ਫਰੰਟ ਆਫ ਦੀ ਆਈਜ਼। ਸਭ ਤੋਂ ਪਹਿਲਾਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੀ ਹੈ ਜੀ, ਇੱਕ ਪ੍ਰਤੀਬਿੰਬ ਹੈ, ਇੱਕ ਆਬਜੈਕਟ ਹੈ। ਸਪੋਜ਼ ਕਰੋ ਇੱਥੇ ਮੰਨ ਲਓ ਤੁਹਾਡੇ ਅੱਖਾਂ ਦੇ ਸਾਹਮਣੇ ਇੱਕ ਬੁੱਕ ਹੈਗੀ ਆ। ਐਨ ਇਮੇਜ ਇਜ਼ ਦੀ ਫਾਰਮਡ ਇਨਸਾਈਡ ਦੀ ਆਈਜ਼, ਜੋ ਤੁਸੀਂ ਅੱਖਾਂ ਦੇ ਸਾਹਮਣੇ ਬੁੱਕ ਦੇਖੀ ਆ, ਜੋ ਉਹਦੀ ਤਸਵੀਰ ਆ ਤੁਹਾਡੀਆਂ ਆਈਜ਼ ਦੇ ਅੰਦਰ ਚਲੀ ਗਈ। ਦੀ ਨਰਵਸ ਇਨ ਦੀ ਆਈਜ਼ ਸੈਂਡ ਦੀ ਮੈਸੇਜ ਟੂ ਦ ਬ੍ਰੇਨ, ਜੋ ਆਈਜ਼ ਨੇ ਚੀਜ਼ ਦੇਖੀ ਉਸ ਚੀਜ਼ ਦਾ ਮੈਸੇਜ ਬ੍ਰੇਨ ਨੂੰ ਚਲਾ ਗਿਆ। ਦ ਬ੍ਰੇਨ ਰੀਡਸ ਥਰੂ ਮੈਸੇਜ ਦੀ ਇਨੇਬਲ ਅਸ ਟੂ ਸੀ ਦੀ ਆਬਜੈਕਟ। ਬ੍ਰੇਨ ਨੇ ਜਦੋਂ ਉਸ ਚੀਜ਼ ਦਾ ਮੈਸੇਜ ਰਿਸੀਵ ਕੀਤਾ, ਆਈਜ਼ ਦਾ ਮੈਸੇਜ ਰਿਸੀਵ ਕੀਤਾ, ਤਾਂ ਬ੍ਰੇਨ ਨੇ ਹੈਲਪ ਕੀਤੀ ਆਈਜ਼ ਦੀ ਕਿ ਤੁਸੀਂ ਕਿਸ ਚੀਜ਼ ਨੂੰ ਦੇਖਿਆ। ਅਸੀਂ ਇੱਕ ਬੁੱਕ ਨੂੰ ਦੇਖਿਆ,
बुक की सी साडे लई एक वस्तु सी, ਜਦੋਂ ਅਸੀਂ ਉਸ वस्तु ਨੂੰ ਦੇਖਿਆ ਅੱਖਾਂ ਦੇ ਸਾਹਮਣੇ ਤਾਂ ਉਹ ਮੈਸੇਜ ਆਈਜ਼ ਦਾ ਨਾਲ ਦੀ ਨਾਲ ਬ੍ਰੇਨ ਨੂੰ ਚਲਾ ਗਿਆ। ਐਜ਼ ਵੀ ਲਾਈਜ਼ ਨਾਲ ਦੀ ਨਾਲ ਕੀ ਚਲਾ ਗਿਆ ਜੀ, ਬ੍ਰੇਨ ਨੂੰ ਚਲਾ ਗਿਆ। ਜਦੋਂ ਬ੍ਰੇਨ ਨੂੰ ਚਲਾ ਗਿਆ ਤਾਂ ਬ੍ਰੇਨ ਨੇ ਉਸ ਚੀਜ਼ ਨੂੰ ਕੀਤਾ, ਰੀਡ ਆਊਟ ਕੀਤਾ। ਜਦੋਂ ਵੀ ਆਈਜ਼ ਦਾ ਕੀ ਮੈਸੇਜ ਹੈ, ਜਦੋਂ ਰੀਡ ਆਊਟ ਕੀਤਾ ਤਾਂ ਬ੍ਰੇਨ ਨੇ ਉਹ ਉਸ ਚੀਜ਼ ਨੂੰ ਕੰਸੀਵ ਕੀਤਾ ਕਿ ਆਈਜ਼ ਨੇ ਇੱਕ ਬੁੱਕ ਦੇਖੀ ਆ, ਬੁੱਕ ਦਾ ਇਹ ਵਾਲਾ ਸਾਈਜ਼ ਆ, ਇਹ ਵਾਲਾ ਕਲਰ ਹੈ। ਬ੍ਰੇਨ ਨੇ ਵਾਪਸ ਮੈਸੇਜ ਆਈਜ਼ ਨੂੰ ਦਿੱਤਾ ਕਿ ਤੁਸੀਂ ਕੀ ਦੇਖਿਆ, ਇੱਕ ਬੁੱਕ ਦੇਖੀ ਹੈ ਜਿਹਦਾ ਕਲਰ ਇਹ ਆ ਅਤੇ ਇਹ ਉਹਦੀ ਕੀ ਆ ਸਾਈਜ਼ ਹੈਗਾ। ਅਤੇ ਫਿਰ ਅਸੀਂ ਉਸ ਚੀਜ਼ ਨੂੰ ਕਿਸੇ ਦੇ ਸਾਹਮਣੇ ਦੱਸਣ ਯੋਗ ਹੋ ਜਾਂਦੇ ਹਾਂ ਕਿ ਇਹ ਬੁੱਕ ਹੈ। ਫਸਟ ਕੀ ਅਸੀਂ ਕਿਸੇ ਚੀਜ਼ ਨੂੰ ਦੇਖਦੇ ਹਾਂ, ਦੇਖ ਕੇ ਉਹ ਮੈਸੇਜ ਬ੍ਰੇਨ ਨੂੰ ਜਾਂਦਾ, ਬ੍ਰੇਨ ਸਾਨੂੰ ਉਸ ਚੀਜ਼ ਨੂੰ, ਉਸ ਵਸਤੂ ਦਾ ਨੇਮ ਦੱਸਣ ਦੇ ਯੋਗ ਹੁੰਦਾ ਹੈ। ਉਸ ਚੀਜ਼ ਦਾ ਨੇਮ ਦੱਸਦਾ, ਉਸ ਚੀਜ਼ ਦਾ ਸਾਈਜ਼ ਦੱਸਦਾ, ਉਸ ਚੀਜ਼ ਦਾ ਕਲਰ ਦੱਸਦਾ। ਦੈਨ ਅਸੀਂ ਕੀ ਕਰ ਸਕਦੇ, ਸਾਹਮਣੇ ਵਾਲੇ ਪਰਸਨ ਦੱਸ ਸਕਦੇ ਹਾਂ ਕਿ ਦਿਸ ਇਜ਼ ਅ ਬੁੱਕ, ਦਿਸ ਇਜ਼ ਅ ਪੈਨ, ਇਹ ਬੁੱਕ ਹੈ, ਇਹ ਪੈਨ ਹੈ। ਕੇਅਰ ਆਫ ਦੀ ਆਈਜ਼, ਤੁਸੀਂ ਆਪਣੀ ਅੱਖਾਂ ਦੀ ਦੇਖਭਾਲ ਕਿਵੇਂ ਕਰਨੀ ਹੈ। ਆਲਵੇਜ਼ ਸਿਟ ਅਪ ਵਾਈਲ ਰੀਡਿੰਗ ਔਰ ਰਾਈਟਿੰਗ, ਡੋਂਟ ਰੀਡ ਵਾਈਲ ਲੇਇੰਗ ਡਾਊਨ, ਹਮੇਸ਼ਾ ਜਦੋਂ ਤੁਸੀਂ ਪੜ੍ਹ ਰਹੇ ਹੁੰਦੇ ਹੋ ਜਾਂ ਲਿਖ ਰਹੇ ਹੁੰਦੇ ਹੋ ਤੁਸੀਂ ਕਦੇ ਵੀ ਲੇਟ ਕੇ ਨਹੀਂ ਪੜ੍ਹਨਾ। ਲੇਇੰਗ ਡਾਊਨ, ਲੇਟ ਕੇ ਨਹੀਂ ਪੜ੍ਹਨਾ। ਮੂਵਿੰਗ ਇਨ ਅ ਕਾਰ ਐਂਡ ਬੱਸ, ਜਦੋਂ ਤੁਸੀਂ ਗੱਡੀ ਦੇ ਵਿੱਚ ਹੋ ਜਾਂ ਬੱਸ ਦੇ ਵਿੱਚ ਆਪਣੀ ਯਾਤਰਾ ਕਰ ਰਹੇ ਹੋ ਤਾਂ ਤੁਸੀਂ ਉਸ ਸਮੇਂ ਨਹੀਂ ਪੜ੍ਹਨਾ। ਇਹ ਰਿਸਟ੍ਰੇਨਸ ਦੀ ਆਈਜ਼ ਦੇ ਉੱਤੇ ਕੀ ਹੁੰਦਾ ਜੀ, ਇਸ ਦੇ ਨਾਲ ਕੀ ਪੈ ਜਾਂਦੇ, ਧੱਬੇ ਪੈ ਜਾਂਦੇ ਆ, ਤੁਹਾਡੀ ਅੱਖਾਂ ਦੇ ਉੱਤੇ ਵੀ ਸਟ੍ਰੈਸ ਪੈਂਦਾ। ਕੀਪ ਦੀ ਬੁੱਕ 1 ਫੁੱਟ ਅਵੇ ਫਰੋਮ ਦੀ ਆਈਜ਼, ਤੁਸੀਂ ਆਪਣੀਆਂ ਅੱਖਾਂ ਤੋਂ ਦੂਰ ਬੁੱਕ ਨੂੰ ਰੱਖ ਲਈ। ਡੋਂਟ ਵਾਚ ਟੈਲੀਵਿਜ਼ਨ ਔਰ ਰੀਡ ਫॉर ਅ ਲੌਂਗ ਟਾਈਮ, ਜਦੋਂ ਤੁਸੀਂ ਪੜ੍ਹ ਰਹੇ ਹੁੰਦੇ ਹੋ ਉਦੋਂ ਲੰਬਾ ਸਮਾਂ ਟੀ ਵੀ ਨਾ ਦੇਖੋ। ਸਿਟ ਐਟ ਅ ਲਿਸਟ 6 ਫੀਟ ਅਵੇ ਫਰੋਮ ਦੀ ਟੀ ਵੀ ਸੈੱਟ, ਤੁਸੀਂ ਟੀ ਵੀ ਸੈੱਟ ਤੋਂ ਘੱਟੋ ਘੱਟ 6 ਫੀਟ ਦੂਰੀ ਦੇ ਉੱਤੇ ਬੈਠਣਾ ਨੂੰ ਪ੍ਰੈਫਰ ਕਰੋਗੇ, ਮੀਨਜ਼ ਤੁਹਾਨੂੰ ਇਹਨਾਂ ਦੂਰੀ 'ਤੇ ਬੈਠਣਾ ਚਾਹੀਦਾ ਹੈ। ਡੋਂਟ ਰੀਡ ਇਨ ਅ ਡਿਮ ਔਰ ਬ੍ਰਾਈਟ ਲਾਈਟ, ਤੁਹਾਨੂੰ ਜ਼ਿਆਦਾ ਮੱਧਮ ਲਾਈਟ ਦੇ ਵਿੱਚ ਵੀ ਨਹੀਂ ਪੜ੍ਹਨਾ ਚਾਹੀਦਾ ਔਰ ਜ਼ਿਆਦਾ ਤੇਜ਼ ਲਾਈਟ ਦੇ ਵਿੱਚ ਵੀ ਨਹੀਂ ਪੜ੍ਹਨਾ ਚਾਹੀਦਾ। ਇਸ ਦਿਨ ਆਈਜ਼ ਦੇ ਉੱਤੇ ਕੀ ਪੈਂਦਾ ਜੀ, ਸਟ੍ਰੈਸ ਪੈਂਦਾ। ਮੇਕ ਸ਼ੋਰ ਦੀ ਲਾਈਟ ਆਲਵੇਜ਼ ਕੌਜ਼ ਇਨਫੈਕਸ਼ਨਸ, ਅਤੇ ਇਹਦੇ ਨਾਲ ਮੇਕ ਸ਼ੋਰ ਦੀ ਲਾਈਟ ਗੁੱਡ ਇਨਫ ਫॉर ਰੀਡਿੰਗ, ਤੁਹਾਨੂੰ ਜਦੋਂ ਤੁਸੀਂ ਪੜ੍ਹ ਰਹੇ ਹੋ ਅੱਖਾਂ ਦੇ ਲਈ ਸਿਰਫ ਉੱਦਾਂ ਦੀ ਰੋਸ਼ਨੀ ਰੱਖੋ ਜੋ ਤੁਹਾਨੂੰ ਸਹੀ ਪ੍ਰੈਫਰ ਕਰਦੀ ਹੈ, ਸਹੀ ਲੱਗਦੀ ਹੈ। ਡੋਂਟ ਰਬ ਯੂਰ ਆਈਜ਼ ਵਿਦ ਅ ਡਰਟੀ ਹੈਂਡਸ ਔਰ ਕਲੋਥ, ਤੁਹਾਨੂੰ ਆਪਣੇ ਗੰਦੇ ਹੱਥਾਂ ਦੇ ਨਾਲ ਆਈਜ਼ ਨੂੰ ਰਬ ਨਹੀਂ ਕਰਨਾ ਚਾਹੀਦਾ, ਮੀਨਜ਼ ਮਸਲਣਾ ਨਹੀਂ ਚਾਹੀਦਾ। ਜਰਮਸ ਕੈਨ ਇੰਟਰ ਆਫ ਆਵਰ ਆਈਜ਼ ਐਂਡ ਕੌਜ਼ ਇਨਫੈਕਸ਼ਨਸ, ਕਿਉਂਕਿ ਜਿਹੜੇ ਜਰਮਸ ਸਾਡੀਆਂ ਅੱਖਾਂ ਦੇ ਅੰਦਰ ਚਲੇ ਜਾਂਦੇ ਆ ਤਾਂ ਉਹਦੇ ਨਾਲ ਇਨਫੈਕਸ਼ਨ ਹੋ ਸਕਦੀ ਆ। ਵਾਸ਼ ਯੂਰ ਆਈਜ਼ ਸਰਵਲ ਟਾਈਮਸ ਵਿਦ ਅ ਕਲੀਨ ਵਾਟਰ ਐਵਰੀ ਡੇ, ਤੁਹਾਨੂੰ ਹਰ ਰੋਜ਼ ਆਪਣੀਆਂ ਅੱਖਾਂ ਨੂੰ ਸਾਫ਼ ਪਾਣੀ ਦੇ ਨਾਲ ਸਾਫ਼ ਕਰਨਾ ਚਾਹੀਦਾ। ਯੂਜ਼ ਕਲੀਨ ਕਲਰ ਵਾਟਰ ਟੂ ਵਾਸ਼ ਯੂਰ ਆਈਜ਼, ਤੁਹਾਨੂੰ ਆਪਣੀ ਅੱਖਾਂ ਨੂੰ ਵਾਸ਼ ਕਰਨਾ ਚਾਹੀਦਾ ਜੀ ਸਾਫ਼ ਪਾਣੀ ਦੇ ਨਾਲ। ਆਫਟਰ ਵਾਸ਼ਿੰਗ ਯੂਰ ਆਈਜ਼, ਜਦੋਂ ਤੁਸੀਂ ਆਪਣੀ ਅੱਖਾਂ ਨੂੰ ਵਾਸ਼ ਕਰ ਲਿਆ, ਵਾਈਪ ਦੈਮ ਵਿਦ ਅ ਕਲੀਨ ਐਂਡ ਡਰਾਈ ਟੋਵਲ, ਤੇ ਵਾਈਪ ਮੀਨ ਸੁਕਾਉਣਾ, ਉਹਨਾਂ ਨੂੰ ਆਪਣੀ ਅੱਖਾਂ ਨੂੰ ਹਲਕੇ ਇੱਕ ਸੁੱਕੇ ਟੋਵਲ ਦੇ ਨਾਲ, ਸੁੱਕੇ ਤੌਲੀਏ ਦੇ ਨਾਲ ਹਲਕਾ ਕੀ ਕਰਨਾ ਚਾਹੀਦਾ ਜੀ, ਸੁਕਾਉਣਾ ਚਾਹੀਦਾ, ਤੁਹਾਨੂੰ ਦੱਬ ਕੇ ਰਗੜਨਾ ਨਹੀਂ ਚਾਹੀਦਾ। ਸੈਕੰਡਲੀ ਕੰਨ, ਸੈਂਸ ਆਫ ਈਅਰਿੰਗ, ਉਹ ਸੁਣਨ ਦੀ ਸ਼ਕਤੀ ਕਿੱਦਾਂ ਰੱਖਦੇ ਆ, ਕਿਵੇਂ ਸੁਣਦੇ ਆ। ਆਵਰ ਈਅਰਸ ਹੈਲਪ ਅਸ ਟੂ ਹੀਅਰ, ਸਾਡੇ ਕੰਨ ਸੁਣਨ ਦੇ ਵਿੱਚ ਮਦਦ ਕਰਦੇ ਆ। ਸਮ ਸਾਊਂਡ ਸੱਚ ਐਜ਼ ਅ ਸੌਫਟ music are pleasant to hear, other sound such as a noise to the traffic and loud music hurt of our ears, ਕਹਿੰਦੇ ਕੁਝ ਇੱਦਾਂ ਦੀ ਮਿਊਜ਼ਿਕ ਹੁੰਦੀ ਹੈ ਜਿਨ੍ਹਾਂ ਦੇ ਨਾਲ ਸੁਣ ਕੇ ਸਾਡੇ ਜੋ ਦਿਮਾਗ ਨੂੰ ਉਹਦੇ ਕੀ ਮਿਲਦੀ ਹੈ, ਸ਼ਾਂਤੀ ਮਿਲਦੀ ਆ। ਅਸੀਂ ਉਸ ਚੀਜ਼ ਨੂੰ ਸੁਣਨਾ ਪਸੰਦ ਕਰਦੇ ਹਾਂ ਜਿਹੜੀ ਸਾਨੂੰ ਕੀ ਖੁਸ਼ੀ ਦਿੰਦੀ ਆ। ਬਟ ਸੈਕੰਡਲੀ ਕਹਿੰਦੇ ਦੂਜੇ ਪਾਸੇ ਇੱਦਾਂ ਦੇ ਮਿਊਜ਼ਿਕ ਹੁੰਦੇ ਆ ਜਿਵੇਂ ਕਿ ਸ਼ੋਰ ਸ਼ਰਾਬਾ, ਟ੍ਰੈਫਿਕ, ਲਾਊਡ ਮਿਊਜ਼ਿਕ, ਜਿਨ੍ਹਾਂ ਦੇ ਨਾਲ ਸਾਡੇ ਈਅਰਸ ਡਿਸਟਰਬ ਹੋ ਜਾਂਦੇ ਆ, ਉਹਨਾਂ ਨੂੰ ਕੀ ਪਹੁੰਚਦੀ ਆ, ਤਕਲੀਫ ਪਹੁੰਚਦੀ ਆ। ਵਰਕਿੰਗ ਆਫ ਦੀ ਈਅਰਸ, ਤੁਹਾਡੇ ਈਅਰਸ ਕਿੱਦਾਂ ਕੰਮ ਕਰਦੇ ਆ। ਦ ਆਊਟਰ ਈਅਰਸ ਕੈਚ ਸਾਊਂਡ ਫਰੋਮ ਦੀ ਸਰਾਊਂਡਿੰਗ ਐਂਡ ਸੈਂਡਸ ਦੈਮ ਟੂ ਇਨਰ ਈਅਰਸ, ਸਾਡੇ ਕੰਨ ਜੋ ਬਾਹਰੀ ਤਰਫ ਹੈ, ਜੋ ਬਾਹਰੀ ਹਿੱਸਾ ਹੈ ਕੰਨ ਦਾ, ਫਸਟ ਕੀ ਕਰਦੇ ਆ, ਜਦੋਂ ਕਿਤੇ ਦੂਰ ਕੋਈ ਸਾਊਂਡ ਚੱਲਦੀ ਹੈ ਜਾਂ ਮਿਊਜ਼ਿਕ ਚੱਲਦਾ, ਉਸ ਚੀਜ਼ ਨੂੰ ਕਨਸੀਵ ਕਰਦੇ ਆ ਔਰ ਈਅਰ ਦੂਜੀ ਇਨਰ ਪਾਰਟ ਹੁੰਦਾ, ਅੰਦਰੂਨੀ ਪਾਰਟ ਹੁੰਦਾ, ਉਹਦੀ ਕੀ ਕਰ ਦਿੰਦੇ ਆ, ਮੈਸੇਜ ਭੇਜ ਦਿੰਦੇ ਆ। ਫਸਟਲੀ ਸਾਡੇ ਜੋ ਈਅਰ ਆ ਉਹ ਬਾਹਰੋਂ ਕੀ ਕਰਦੇ ਆ, ਆਵਾਜ਼ ਨੂੰ ਸੁਣਦੇ ਆ ਅਤੇ ਆਵਾਜ਼ ਨੂੰ ਕੰਨ ਦੇ ਅੰਦਰ ਭੇਜ ਦਿੰਦੇ ਆ। ਦ ਨਰਵਸ ਇਨ ਦੀ ਇਨਰ ਆਈਜ਼ ਈਅਰਸ ਸੈਂਡ ਮੈਸੇਜ ਟੂ ਦੀ ਬ੍ਰੇਨ, ਜੋ ਸਾਡੇ ਅੰਦਰੂਨੀ ਕੰਨ ਹਨ ਉਹ ਮੈਸੇਜ ਕਿਹਨੂੰ ਕਰ ਦਿੰਦੇ ਆ ਜੀ, ਅੱਗੇ ਬ੍ਰੇਨ ਨੂੰ ਕਰ ਦਿੰਦੇ ਆ ਕਿ ਜੋ ਤੁਸੀਂ ਮਿਊਜ਼ਿਕ ਸੁਣਿਆ ਉਹ ਕੀ ਚੀਜ਼ ਆ, ਜੋ ਤੁਸੀਂ ਆਵਾਜ਼ ਸੁਣੀ ਉਹ ਕੀ ਚੀਜ਼ ਆ। ਦ ਬ੍ਰੇਨ ਰੀਡਸ ਦੀ ਮੈਸੇਜ ਟੂ ਅਨੇਬਲਸ ਅਸ ਟੂ ਹੀਅਰ ਦਿਸ ਸਾਊਂਡ, ਜਦੋਂ ਬ੍ਰੇਨ ਨੂੰ ਮੈਸੇਜ ਚਲਾ ਜਾਂਦਾ ਤਾਂ ਬ੍ਰੇਨ
ਇੱਕ ਵਾਪਸ ਮੈਸੇਜ ਕਰਦਾ ਕਿ ਜੋ ਤੁਸੀਂ ਸਾਊਂਡ ਸੁਣੀ ਆ ਉਹ ਕਿੱਦਾਂ ਸਾਊਂਡ ਸੀ, ਉਹ ਪਲੈਜ਼ੈਂਟ ਮਿਊਜ਼ਿਕ ਦੀ ਸੀ, ਤੁਹਾਨੂੰ ਉਹਦੇ ਨਾਲ ਖੁਸ਼ੀ ਹੋਈ, ਅਨਪਲੈਜ਼ੈਂਟ ਤੁਹਾਨੂੰ ਉਹਦੇ ਨਾਲ ਦੁਖਾਂਤ ਹੋਇਆ, ਨੋਇਸ ਸੀ, ਸ਼ੋਰ ਸੀ, ਕੀ ਸੀਗਾ ਉਹਦੇ ਨਾਲ, ਜੋ ਉਹ ਉਸ ਚੀਜ਼ ਨੂੰ ਮੈਸੇਜ ਦੇ ਥਰੂ ਹੁੰਦਾ, ਉਹ ਸਾਡਾ ਬ੍ਰੇਨ ਵਾਪਸ ਮੈਸੇਜ ਕਰਦਾ ਕਿ ਕਿਸ ਤਰ੍ਹਾਂ ਦੀ ਆਵਾਜ਼ ਸੀ। ਕੇਅਰ ਆਫ ਈਅਰਸ, ਤੁਸੀਂ ਆਪਣੇ ਕੰਨਾਂ ਦੀ ਦੇਖਭਾਲ ਕਿਵੇਂ ਕਰਨੀ ਆ। ਨੈਵਰ ਇਨਸਰਟ ਐਨੀ ਪੁਆਇੰਟਡ ਆਬਜੈਕਟ ਇਨਟੂ ਯੂਅਰ ਈਅਰਸ, ਇਹ ਡੈਮੇਜ ਈਅਰ ਡਰਮ। ਕੋਈ ਵੀ ਜੋ ਇਨਸਰਟ ਹੈ, ਕੋਈ ਵੀ ਕਿਸੇ ਤਰ੍ਹਾਂ ਦਾ ਯੰਤਰ ਹੈ ਜਾਂ ਵਸਤੂ ਹੈ, ਸਾਨੂੰ ਆਪਣੇ ਕੰਨਾਂ ਦੇ ਅੰਦਰ ਨਹੀਂ ਮਾਰਨੀ ਚਾਹੀਦੀ। ਇਹ ਤੁਹਾਡੇ ਈਅਰ ਡਰਮਸ ਹਨ ਜੋ ਉਸ ਨੂੰ ਕੀ ਕਰਦੇ ਹਨ ਜੀ, ਨੁਕਸਾਨ ਪਹੁੰਚਾ ਸਕਦੇ ਹਨ। ਕਲੀਨ ਯੂਰ ਆਊਟਰ ਈਅਰ ਵਿਦ ਅ ਕਲੀਨ ਟਾਵਲ, ਤੁਹਾਨੂੰ ਆਪਣੇ ਕੰਨ ਦਾ ਜੋ ਬਾਹਰੀ ਹਿੱਸਾ ਸਾਫ਼ ਤੌਲੀਏ ਦੇ ਨਾਲ ਸਾਫ਼ ਕਰਨਾ ਚਾਹੀਦਾ। ਲਾਊਡ ਸਾਊਂਡਸ ਡੈਮੇਜ ਯੂਰ ਈਅਰ ਡਰਮ, ਜੋ ਉੱਚੀ ਆਵਾਜ਼ ਵਾਲੇ ਸੌਂਗ ਆ ਉਹ ਤੁਹਾਡੇ ਈਅਰ ਡਰਮ ਨੂੰ ਨੁਕਸਾਨ ਪਹੁੰਚਾਉਂਦੇ ਆ। ਨੈਵਰ ਹਿੱਟ ਪੀਪਲ ਔਨ ਦੀ ਦੇਅਰ ਈਅਰ, ਅਤੇ ਕਦੇ ਵੀ ਆਪਣੇ ਕੰਨਾਂ ਨੂੰ ਕੀ ਨਹੀਂ ਕਰਨਾ ਚਾਹੀਦਾ, ਹਿੱਟ ਨਹੀਂ ਕਰਨਾ ਚਾਹੀਦਾ, ਇਹਦੇ ਨਾਲ ਵੀ ਕੀ ਹੁੰਦਾ ਜੀ, ਨੁਕਸਾਨ ਪਹੁੰਚਦਾ ਹੈ। ਥਰਡ, ਨੋਜ਼ ਸੈਂਸ ਆਫ ਸਮੈਲ, ਨੋਜ਼ ਸਮੈਲ ਦੀ ਸੈਂਸ ਕਿੱਦਾਂ ਰੱਖਦੇ ਆ। ਆਵਰ ਨੋਜ਼ ਹੈਲਪਸ ਅਸ ਟੂ ਸਮੈਲ ਥਿੰਗਸ, ਨੋਜ਼ ਆ ਜੋ ਹੈਲਪ ਕਰਦਾ ਸੀ ਕਿਸੇ ਚੀਜ਼ ਨੂੰ ਸੁੰਘਣ ਦੇ ਵਿੱਚ। ਸਮ ਸਮੈਲਸ ਆਰ ਪਲੈਜ਼ੈਂਟ ਸੱਚ ਐਜ਼ ਦੀ ਸਮ ਰੋਜ਼ ਔਰ ਗੁੱਡ ਫੂਡ, ਕਹਿੰਦਾ ਕੁਝ ਚੀਜ਼ਾਂ ਖੁਸ਼ਬੂ ਵਾਲੀਆਂ ਹੁੰਦੀਆਂ ਹਨ ਜਿਹੜੀਆਂ ਸਾਨੂੰ ਖੁਸ਼ੀ ਦਿੰਦੀਆਂ ਹਨ, ਜਿਵੇਂ ਕਿ ਰੋਜ਼ ਦੀ ਸਮੈਲ, ਚੰਗੀ ਖੁਸ਼ਬੂ ਭੋਜਨ ਸਾਨੂੰ ਕੀ ਦਿੰਦਾ ਜੀ, ਖੁਸ਼ੀ ਦਿੰਦਾ। ਬਟ ਸਮ ਸਮੈਲਸ ਅਨਪਲੈਜ਼ੈਂਟ ਸੱਚ ਐਜ਼ ਦੀ ਫਾਊਲਸ ਸਮੈਲ ਆਫ ਦੀ ਗਾਰਬੇਜ, ਵੀ ਕਵਰ ਨੋਜ਼ ਕੀਪ ਆਊਟ ਆਫ ਦੀ ਫਾਊਲ ਸਮੈਲ। ਕਹਿੰਦੇ ਕੁਝ ਇੱਦਾਂ ਦੀਆਂ ਸਮੈਲਸ ਹੁੰਦੀਆਂ ਲਾਈਕ ਅ ਡਸਟਬਿਨ, ਕਹਿੰਦੇ ਇੱਦਾਂ ਦੀਆਂ ਸਮੈਲਸ ਹੁੰਦੀਆਂ ਜਿਨ੍ਹਾਂ ਦੇ ਸਾਹਮਣੇ ਅਸੀਂ ਸਾਨੂੰ ਜੋ ਹਰਟ ਕਰਦੀਆਂ, ਕਹਿੰਦੇ ਉਹਨਾਂ ਦੇ ਸਾਹਮਣੇ ਅਸੀਂ ਆਪਣੇ ਨੋਜ਼ ਨੂੰ ਕਵਰ ਕਰ ਲੈਂਦੇ ਹਾਂ। ਵਰਕਿੰਗ ਆਫ ਦੀ ਨੋਜ਼, ਸਾਡਾ ਨੋਜ਼ ਕਿੱਦਾਂ ਕੰਮ ਕਰਦਾ। ਦ ਸਮੈਲ ਆਫ ਦੀ ਪਰਫਿਊਮ ਰੀਚਸ ਦੀ ਨੋਜ਼, ਸਭ ਤੋਂ ਪਹਿਲਾਂ ਸਪੋਜ਼ ਕਰੋ ਜੋ ਸਮੈਲ ਹੈ ਉਹ ਸਾਡੀ ਨੋਜ਼ ਤੱਕ ਪਹੁੰਚ ਜਾਂਦੀ ਹੈ। ਦੀ ਨਰਵਸ ਇਨ ਦੀ ਨੋਜ਼ ਸੈਂਡ ਮੈਸੇਜ ਟੂ ਬ੍ਰੇਨ, ਸੇਮ ਥਿੰਗ, ਜੋ ਨੋਜ਼ ਹੈ ਉਹ ਕਿਹਨੂੰ ਮੈਸੇਜ ਕਰਦਾ, ਬ੍ਰੇਨ ਨੂੰ ਕਰਦਾ। ਦ ਬ੍ਰੇਨ ਰੀਡਸ ਦੀ ਮੈਸੇਜ ਐਂਡ ਅਨੇਬਲ ਅਸ ਟੂ ਸਮੈਲ ਦੀ ਪਰਫਿਊਮ, ਅਤੇ ਬ੍ਰੇਨ ਆ ਜੋ ਉਸ ਚੀਜ਼ ਨੂੰ ਮੈਸੇਜ ਕਰਕੇ ਰੀਡ ਆਊਟ ਕਰਕੇ ਮੈਸੇਜ ਵਾਪਸ ਕਨਵੇ ਕਰਦਾ ਕਿ ਜੋ ਤੁਸੀਂ ਸਮੈਲ ਲਈ ਹੋ ਕਾਹਦੀ ਲਈ ਹੈ ਜੀ, ਇੱਕ ਪਰਫਿਊਮ ਦੀ ਲਈ ਹੈ, ਤੁਸੀਂ ਅੱਛੀ ਸਮੈਲ ਲਈ ਆ ਜਾਂ ਫਿਰ ਬੈਡ ਸਮੈਲ ਲਈ ਆ। ਕੇਅਰ ਆਫ ਦੀ ਨੋਜ਼, ਤੁਸੀਂ ਆਪਣੀ ਨੋਜ਼ ਦੀ ਕਿੱਦਾਂ ਦੇਖਭਾਲ ਕਰ ਸਕਦੇ ਹੋ। ਡੋਂਟ ਪਿਕ ਯੂਅਰ ਨੋਜ਼ ਵਿਦ ਐਨੀ ਸ਼ਾਰਪ ਆਬਜੈਕਟ, ਤੁਹਾਨੂੰ ਆਪਣੇ ਨੱਕ ਦੇ ਅੰਦਰ ਕੋਈ ਵੀ ਤਿੱਖੀ ਚੀਜ਼ ਨਹੀਂ ਮਾਰਨੀ ਚਾਹੀਦੀ। ਡੋਂਟ ਯੂਜ਼ ਡਰਟੀ ਹੈਂਡਕਰਚੀਫ, ਹੈਂਡਕਰਚੀਫ ਹੁੰਦਾ ਜੀ ਹੈਂਕੀ ਮੀਨਜ਼ ਰੁਮਾਲ, ਤੁਹਾਨੂੰ ਕਦੇ ਵੀ ਗੰਦਾ ਰੁਮਾਲ ਨਹੀਂ ਯੂਜ਼ ਕਰਨਾ ਚਾਹੀਦਾ। ਟੂ ਬਲੋ ਯੂਅਰ ਨੋਜ਼ ਇਟ ਕਾਜ਼ ਇਨਫੈਕਸ਼ਨ, ਨੱਕ ਨੂੰ ਸਾਫ਼ ਕਰਨ ਦੇ ਲਈ ਗੰਦਾ ਰੁਮਾਲ ਨਹੀਂ ਯੂਜ਼ ਕਰਨਾ ਚਾਹੀਦਾ, ਇਹਦੇ ਨਾਲ ਤੁਹਾਨੂੰ ਕੀ ਹੋ ਸਕਦੀ ਹੈ, ਨੱਕ ਨੂੰ ਇਨਫੈਕਸ਼ਨ ਹੋ ਜਾਂਦੀ ਹੈ। ਸਕਿਨ ਸੈਂਸ ਆਫ ਦੀ ਟੱਚ ਔਰ ਫੀਲ, ਸਕਿਨ ਜੋ ਤੁਹਾਡੀ ਚਮੜੀ ਹੈ ਉਹ ਕਿੱਦਾਂ ਫੀਲ ਕਰਦੀ ਹੈ, ਜਦੋਂ ਟੱਚ ਕਰਦੇ ਹਾਂ ਤਾਂ ਉਹ ਕਿਵੇਂ ਫੀਲ ਕਰਦੀ ਹੈ, ਕਿਵੇਂ ਮਹਿਸੂਸ ਕਰਦੀ ਹੈ। ਆਵਰ ਸਕਿਨ ਹੈਲਪਸ ਅਸ ਟੂ ਫਾਈਂਡ ਆਊਟ ਵਟ ਇਜ਼ ਦ ਥਿੰਗ ਅਲਾਈਵ ਇਜ਼ ਲਾਈਕ, ਕਹਿੰਦੇ ਜੋ ਸਾਡੀ ਸਕਿਨ ਹੈ ਜਦੋਂ ਕਿਸ ਚੀਜ਼ ਨੂੰ ਛੂਹਦੀ ਆ ਅਤੇ ਉਦੋਂ ਹੀ ਉਸ ਚੀਜ਼ ਨੂੰ ਮਹਿਸੂਸ ਕਰਦੀ ਹੈ। ਇਟ ਹੈਲਪਸ ਅਸ ਟੂ ਫੀਲ, ਉਸ ਚੀਜ਼ ਨੂੰ ਕੀ ਕਰਦੀ ਜੀ, ਮਹਿਸੂਸ ਕਰਨ ਦੇ ਵਿੱਚ ਮਦਦ ਕਰਦੀ ਹੈ। ਟੂ ਨੋ ਇਫ ਅ ਥਿੰਗ ਇਜ਼ ਅ ਹੌਟ, ਉਹ ਜਾਣਦੀ ਆ, ਜੋ ਸਾਡੀ ਸਕਿਨ ਨੂੰ ਪਤਾ ਚੱਲ ਜਾਂਦਾ ਕਿ ਇਹ ਚੀਜ਼ ਕੀ ਹੈ, ਹੌਟ ਗਰਮ ਹੈ, ਕੋਲਡ ਠੰਡੀ ਹੈ, ਸੌਫਟ ਹਲਕੀ ਜਿਹੀ ਆ, ਹਾਰਡ ਸਖਤ ਹੈ, ਰਫ ਬੜੀ ਗੰਦੀ ਹੈ, ਸਮੂਥ ਠੀਕ ਹੈ। ਵੀ ਨੀਡ ਟੱਚ ਇਟ, ਜਦੋਂ ਸਾਨੂੰ ਉਸ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਜਦੋਂ ਅਸੀਂ ਛੂਹਦੇ ਹਾਂ ਉਦੋਂ ਹੀ ਸਾਨੂੰ ਉਸ ਚੀਜ਼ ਦਾ ਪਤਾ ਚੱਲ ਜਾਂਦਾ। ਵਰਕਿੰਗ ਆਫ ਦੀ ਸਕਿਨ, ਸਕਿਨ ਸਾਡੀ ਕਿੱਦਾਂ ਕੰਮ ਕਰਦੀ ਹੈ ਜੀ। ਦ ਸਕਿਨ ਟੱਚਸ ਐਨ ਆਬਜੈਕਟ, ਜੋ ਸਕਿਨ ਹੈ ਉਹ ਸਭ ਤੋਂ ਪਹਿਲਾਂ ਕੀ ਕਰਦੀ ਹੈ, ਜਦੋਂ ਕਿਸੇ ਆਬਜੈਕਟ ਨੂੰ ਟੱਚ ਕਰਦੀ ਹੈ। ਦ ਨਰਵਸ ਆਫ ਦੀ ਸਕਿਨ ਸੈਂਡ ਮੈਸੇਜ ਟੂ ਬ੍ਰੇਨ, ਸੇਮ ਥਿੰਗ ਜੀ, ਜੋ ਸਾਡੀ ਸਕਿਨ ਹੈ ਉਹ ਮੈਸੇਜ ਕਰਦੀ ਹੈ ਬ੍ਰੇਨ ਨੂੰ। ਦ ਬ੍ਰੇਨ ਰੀਡਸ ਦੀ ਮੈਸੇਜ ਅਨੇਬਲਸ ਅਸ ਟੂ ਫੀਲ ਦੀ ਆਬਜੈਕਟ, ਬ੍ਰੇਨ ਉਸ ਮੈਸੇਜ ਨੂੰ ਰੀਡ ਕਰਦਾ ਅਤੇ ਦੱਸਦਾ ਜੀ ਕਿ ਤੁਸੀਂ ਕਿਸ ਵਸਤੂ ਨੂੰ ਟੱਚ ਕੀਤਾ, ਉਹ ਗਰਮ ਸੀ ਜਾਂ ਫਿਰ ਠੰਡੀ ਸੀ, ਸੌਫਟ ਸੀ ਜਾਂ ਫਿਰ ਹਾਰਡ ਸੀ, ਸਮੂਥ ਸੀ ਜਾਂ ਫਿਰ ਰਫ ਸੀ, ਕਿੱਦਾਂ ਦੀ ਸੀ, ਉਹ ਮੈਸੇਜ ਕੌਣ ਕਰਦਾ ਜੀ, ਬ੍ਰੇਨ ਕਰਦਾ। ਕੇਅਰ ਆਫ ਦੀ ਸਕਿਨ, ਤੁਸੀਂ ਆਪਣੀ ਸਕਿਨ ਦੀ ਕਿੱਦਾਂ ਕੇਅਰ ਕਰਨੀ ਆ। ਵੀ ਸ਼ੁੱਡ ਟੇਕ ਬਾਥ ਵਿਦ ਅ ਸੌਫਟ ਐਂਡ ਵਾਟਰ, ਰਿਮੂਵ ਡਰਟ ਐਂਡ ਸਵੀਟ ਫਰੋਮ ਆਵਰ ਸਕਿਨ, ਸਾਨੂੰ ਜੋ ਸਾਡੀ ਚਮੜੀ ਹੈ ਉਹਨੂੰ ਸਾਫ਼ ਕਰਨਾ ਚਾਹੀਦਾ ਜੀ, ਕਾਹਦੇ ਨਾਲ ਜੀ, ਨਹਾਉਣਾ ਚਾਹੀਦਾ, ਕਾਹਦੇ ਨਾਲ, ਸੋਪ ਦੇ ਨਾਲ, ਕਿਉਂਕਿ ਜੇ ਅਸੀਂ ਸੋਪ ਦੇ ਨਾਲ ਸਾਫ਼ ਪਾਣੀ ਦੇ ਨਾਲ ਨਹਾਵਾਂਗੇ ਅਤੇ ਉਹਦੇ ਨਾਲ ਸਾਡਾ ਕੀ ਹੋ ਜਾਂਦਾ, ਜੋ ਸਾਡਾ ਪਸੀਨਾ ਹੁੰਦਾ ਸਕਿਨ ਦੇ ਵਿੱਚੋਂ ਐਂਡ ਡਰਟੀ ਥਿੰਗਸ ਹੁੰਦੀਆਂ, ਜੋ ਕੀਟਾਣੂ ਹੁੰਦੇ ਆ ਉਹ ਕੀ ਹੁੰਦੇ ਆ ਜੀ, ਨਿਕਲ ਜਾਂਦੇ ਆ। ਵੀ ਸ਼ੁੱਡ ਆਲਵੇਜ਼ ਵੀਅਰ ਕਲੀਨ ਕਲੋਥ, ਸਾਨੂੰ ਹਮੇਸ਼ਾ ਸਾਫ਼ ਕੱਪੜੇ ਪਾ ਕੇ ਰੱਖਣੇ ਚਾਹੀਦੇ ਆ ਜੀ। ਵੀ ਸ਼ੁੱਡ ਅਪਲਾਈ ਐਂਟੀਸੈਪਟਿਕ ਲੋਸ਼ਨ ਆਫ ਐਨੀ ਸਕ੍ਰੈਚ ਔਰ ਅ ਕੱਟ ਔਨ ਦੀ ਸਕਿਨ ਆਫ ਕੀਪਿੰਗ ਅਵੇ ਫਰੋਮ ਦੀ ਜਰਮਸ,
कहते जेकर सपोज करो तुहाडे स्किन दे उत्ते कोई कट लग गया जां फिर स्क्रैच पै गया तो तुहानूं एंटीसैप्टिक लोशन यूज़ करना चाहिए क्योंकि तुहानूं इह जर्म्स तो कीटाणुओं तो दूर रखदा। टंग सेंस ऑफ टेस्ट जो साडी जीभ है वो टेस्ट दसदी है जी किस चीज़ का टेस्ट किदां दा है। अवर टंग हैल्प्स अस टू टेस्टिंग जो साडी जीभ है वो दसदी है कि तुसी किस चीज़ का टेस्ट लै रहे हो किदां दे टेस्ट आ रहा। द सरफेस ऑफ टंग हैज़ मैनी टेस्ट बर्ड्स जो साडी जीभ है वो बहुत सारे टेस्ट बर्ड्स होंगे हैं। दे टैल अस अबाउट डिफरेंट टेस्ट वो सानू वक्-वक् टेस्ट के बारे दसते हैं। 4 काइंड ऑफ टेस्ट बर्ड्स के 4 किस्म होंगे हैं। स्वीट शॉर सॉल्टी एंड बिटर मिठा खट्टा नमकीन ते कौड़ा ये वक्-वक् जो डिफरेंस है सानू जीभ ही दसती है। वर्किंग ऑफ द टंग किद्दां कम करती है जी फूड इंटस द माउथ एंड टचस द टेस्ट बर्ड्स जो भोजन मूँह के अंदर चला जाता तो जीभ नूं की करती है टच करती है। दीज टेस्ट बर्ड्स सेंड मैसेज टू द ब्रेन थ्रू नर्वस जो ये जीभ दे पार्ट हैगा वो मैसेज करती है किनू जी ब्रेन नूं मैसेज करती है कि उस चीज़ ने किसी चीज़ का जीभ ने किसी चीज़ का टेस्ट किया। द ब्रेन रीड्स द मैसेज एंड हैल्प अस टू टेस्ट जो ब्रेन है वो मैसेज करता है कि तुसी किस चीज़ का टेस्ट किया बटर सी या फिर सौर सी सॉल्टी सी या फिर स्वीट सी। ठीक है जी तुसी एक टंग की पिक्चर देख रहे होंगे इस जगह ते शौर ना कि उन्होंने एक आइकॉन बनाया हुआ तीर लगाए हुए जो जीभ का ए वाला पार्ट है वो किदा टेस्ट दसदा है खट्टे का। ए वाला जो पार्ट है नीचे तरफ की जो उन्होंने तीर लगाए हुए ए वाला सॉल्टी मीनज नमकीन का दसदा जी। जो अगे जाके फस्टली उन्होंने उपर जाके एक आइकॉन बनाया हुआ बिटर ए वाले जो है कौड़े का टेस्ट दसदा। इस तो ही सौर दे बिल्कुल ओपोजिट साइड सौर ही उन्होंने फिर दिता होया ये दोनों पार्ट की दा टेस्ट दसते हैं जी खट्टे का दसते हैं ये दोनों साल्टी का दसते हैं जी जो साल्टी दे बिल्कुल इज इक्वल टू साल्टी का पॉइंट है। एंड सब तो फस्ट जो स्टार्टिंग पार्ट है वो सानू स्वीट मिठे का टेस्ट दसते हैगे आ। केयर ऑफ द टंग तुसी अपनी जीभ की किद्दां केयर करनी है। क्लीन योर टंग एवरी मॉर्निंग विद आ टंग क्लीनर तुहानूं हर सवेर टंग क्लीनर दे नाल अपनी जीभ नूं साफ करना चाहिए। डोंट ईट वैरी हॉट थिंग्स ज़्यादा गर्म चीज़ां नहीं खानियां चाहिए बिकॉज दे कैन बर्न योर टेस्ट बर्ड्स क्योंकि ये तुहाडे टेस्ट बर्ड्स नूं बर्न कर सकदियां मचा सकदियां। ओके स्टूडेंट लेट्स स्टार्ट अ एक्सरसाइज टिक दी करैक्ट वन। वी हैव डैश सेंस ऑर्गन्स साढ़े किन्ने सेंस ऑर्गन्स है जी राइट ऑप्शन इज़ 5 जो सेंस ऑर्गन्स हैगे आ। इंसर्टिंग एनी पॉइंटेड ऑब्जेक्ट इनटू द ईयर हार्मस आर जेकर साढ़े ईयर्स के अंदर कोई चीज़ चली जाती है तो किनू हार्म पहुँचाते हैं किनू नुकसान पहुँचाते हैं जी ईयर ड्रम। राइट ऑप्शन इज सी पार्ट ईयर ड्रम। थर्ड द स्मैल ऑफ रोज़ इज़ जो रोज़ की स्मैल की होंगी है जी प्लेजेंट फाउल अनप्लेजेंट की होंगी है जी रोज़ की स्मैल प्लेजेंट खुशी वाली होंगी है सानू साडे दिल नूं सुकून मिलता है। द नर्वस ऑफ द ईयर्स सेंड मैसेज टू ब्रेन जो साडे ईयर्स दी नर्वस है जो नाड़ियां तंत्र है वो किनू मैसेज करती है जी अखां नूं करती है ब्रेन नूं करती है या फिर स्टोमिच नूं। राइट ऑप्शन इज ब्रेन। फिल इन द ब्लैंक। द सरफेस ऑफ द डैश हैज़ मैन टेस्ट बर्ड्स किस दे बहुत सारे टेस्ट बर्ड्स होंगे है जी आंसर इज टंग। टंग दे बहुत ज़्यादा टेस्ट बर्ड्स होंगे आ। वैरी डिम और ब्राइट लाइट डैश अवर आइज़ बहुत ज़्यादा तेज़ ते हल्की लाइट अखां नूं की करदी है जी स्ट्रेन करदी है। आंसर इज स्ट्रेन्स अखां नूं की करदी है जी नुकसान पहुँचाउंदी है अखां दे उत्ते दबाव पाउंदी है स्ट्रेन्स मीनस दबाव। अवर डैश टेल अस वैदर ए थिंग इज़ सॉफ्ट और हार्ड सानू कौन दसदा जो चीज़ है साडी सॉफ्ट है या फिर हार्ड। राइट आंसर इज स्किन जो स्किन है वो मैसेज करती है साडे सानू कि जो असी चीज़ नूं टच किया हो या फिर सॉफ्ट है या फिर हार्ड है। तो राइट ऑप्शन इज स्किन। फोर्थ हॉट थिंग्स जो गर्म चीज़ां डैश अवर टेस्ट बर्ड्स साडे टेस्ट बर्ड्स नूं की कर सकदियां कैन बर्न जला सकदियां। आंसर इज कैन बर्न। वी हीयर थ्रो अवर डैश असी किहदे राहीं सुन सकते हैं आंसर इज ईयर्स। आंसर इज ईयर्स EARS ईयर्स। वेरी शॉर्ट आंसर क्वेश्चंस। हाउ मैनी काइंड्स ऑफ टेस्ट बर्ड्स आर फाउंड इन द टंग तुसी अपनी जीभ दे विच किन्ने तरह के टेस्ट बर्ड्स देख सकते हो आंसर इज 4।
ਵਾਈ ਸ਼ੁੱਡ ਵੀ ਨਾਟ ਈਟ ਵੈਰੀ ਹੌਟ ਥਿੰਗਸ, ਸਾਨੂੰ ਗਰਮ ਚੀਜ਼ਾਂ ਕਿਉਂ ਨਹੀਂ ਖਾਣੀਆਂ ਚਾਹੀਦੀਆਂ? ਬਿਕਾਜ਼ ਦੇ ਕੈਨ ਬਰਨ ਯੂਅਰ ਟੇਸਟ ਬਰਡਸ, ਬਿਕਾਜ਼ ਦੇ ਕੈਨ ਬਰਨ ਯੂਅਰ ਟੇਸਟ ਬਰਡਸ, ਕਿਉਂਕਿ ਸਾਡੇ ਟੇਸਟ ਬਰਡਸ ਨੂੰ ਕੀ ਕਰ ਸਕਦੀ ਹੈ, ਮਚਾ ਸਕਦੀ ਹੈ। ਸ਼ਾਰਟ ਆਨਸਰ ਕੁਐਸਚਨਸ, ਵਾਟ ਆਰ ਸੈਂਸ ਔਰਗਨਸ, ਸੈਂਸ ਔਰਗਨਸ ਕੀ ਹਨ, ਨੇਮ ਦੇਮ, ਤੇ ਉਹਨਾਂ ਨੇਮ ਦੱਸੋ। ਦ ਸੈਂਸ ਔਰਗਨਸ ਥਰੂ ਵਿਚ ਵੀ ਗੈਟ ਦਿਸ ਇਨਫੋਰਮੇਸ਼ਨ, ਸੈਂਸ ਔਰਗਨਸ ਹੈ ਜੋ ਉਹਨਾਂ ਦੇ ਰਾਹੀਂ, ਉਹ ਹੈ ਜੋ ਇਹਨਾਂ ਦੇ ਰਾਹੀਂ ਅਸੀਂ ਇਨਫੋਰਮੇਸ਼ਨ ਕਲੈਕਟ ਕਰਦੇ ਹਾਂ, ਇਕੱਠੀ ਕਰਦੇ ਹਾਂ। ਆਰ ਨਾਊਨ ਐਜ਼ ਦੇ ਸੈਂਸ ਔਰਗਨਸ, ਜਿਨ੍ਹਾਂ ਦੇ ਰਾਹੀਂ ਸਾਨੂੰ ਕੋਈ ਇਨਫੋਰਮੇਸ਼ਨ ਇਕੱਠੀ ਹੁੰਦੀ ਹੈ ਉਹਨਾਂ ਨੂੰ ਅਸੀਂ ਸੈਂਸ ਔਰਗਨਸ ਕਹਿੰਦੇ ਹਾਂ। ਦੀਜ਼ ਔਰਗਨਸ ਆਈ, ਈਅਰ, ਨੋਜ਼, ਟੰਗ ਐਂਡ ਸਕਿਨ, ਇਹ ਵਾਲੇ ਉਹ ਔਰਗਨਸ ਆ ਜਿਵੇਂ ਕਿ ਆਈਜ਼ ਰਾਹੀਂ ਸਾਨੂੰ ਪਤਾ ਚੱਲਦਾ ਅਸੀਂ ਕਿਸੇ ਨੂੰ ਦੇਖ ਸਕਦੇ ਹਾਂ, ਦੇਖ ਕੇ ਇਨਫੋਰਮੇਸ਼ਨ ਇਕੱਠੀ ਕਰਦੇ ਹਾਂ। ਈਅਰਸ ਕੰਨ ਸੁਣ ਕੇ ਇਨਫੋਰਮੇਸ਼ਨ ਇਕੱਠੀ ਕਰਦੇ ਹਾਂ। ਨੋਜ਼ ਸਮੈਲ ਲੈਂਦੇ ਹਾਂ ਜੀ। ਟੰਗ ਕਿਸੇ ਚੀਜ਼ ਦਾ ਟੇਸਟ ਟੱਚ ਕਰਦੇ ਹਾਂ। ਟੇਸਟ ਲੈਂਦੇ ਹਾਂ। ਸਕਿਨ ਕਿਸੇ ਚੀਜ਼ ਨੂੰ ਟੱਚ ਕਰਦੇ ਹੈਗੇ ਆ। ਇਹ ਵਾਲੇ ਕੀ ਸਾਡੇ ਸੈਂਸ ਔਰਗਨਸ ਆ। ਲਿਸਟ ਟੂ ਵੇਜ਼ ਬਾਈ ਵਿਚ ਵੀ ਟੇਕ ਕੇਅਰ ਆਫ ਯੂਰ ਆਈਜ਼, ਕਹਿੰਦੇ ਕੋਈ 2 ਢੰਗ ਦੱਸੋ ਜਿਹਦੇ ਨਾਲ ਤੁਸੀਂ ਆਪਣੀਆਂ ਆਈਜ਼ ਨੂੰ ਸਾਂਭ ਸੰਭਾਲ ਕਰ ਸਕਦੇ ਹੋ। ਆਈਜ਼ ਨੂੰ ਤੁਸੀਂ ਕੀ ਕਰ ਸਕਦੇ ਹੋ ਜੀ, ਉਹਨਾਂ ਦੀ ਕੇਅਰ ਕਰ ਸਕਦੇ ਹੋ। ਵਾਸ਼ ਯੂਅਰ ਆਈਜ਼, ਆਪਣੀਆਂ ਅੱਖਾਂ ਨੂੰ ਧੋਵੋ। ਸਰਵਲ ਟਾਈਮਸ, ਕਈ ਵਾਰ ਧੋਵੋ ਦਿਨ ਦੇ ਵਿੱਚ। ਵਿਦ ਕਲੀਨ ਵਾਟਰ ਐਵਰੀ ਡੇ, ਸਾਫ਼ ਪਾਣੀ ਦੇ ਨਾਲ, ਠੀਕ ਹੈ ਜੀ। ਸੈਕੰਡਲੀ ਡੋਂਟ ਰਬ ਯੂਅਰ ਆਈਜ਼, ਆਪਣੀਆਂ ਅੱਖਾਂ ਨੂੰ ਜ਼ਿਆਦਾ ਨਾ ਮਸਲੋ। ਵਿਦ ਡਰਟੀ ਹੈਂਡਸ ਔਰ ਕਲੋਥ, ਗੰਦੇ ਹੱਥਾਂ ਦੇ ਨਾਲ ਜਾਂ ਫਿਰ ਗੰਦੇ ਕੱਪੜੇ ਦੇ ਨਾਲ ਆਪਣੇ ਅੱਖਾਂ ਨੂੰ ਨਾ ਮਸਲੋ। ਵਨ ਆਫ ਯੂਅਰ ਕਲਾਸਮੇਟ ਇਜ਼ ਬਲਾਈਂਡ, ਮੰਨ ਲਓ ਤੁਹਾਡੀ ਕਲਾਸ ਦੇ ਵਿੱਚ ਕੋਈ ਇੱਕ ਅੰਨਾ ਬੱਚਾ ਹੈ। ਵੈਲ ਯੂ ਹੈਲਪ ਹੈਮ ਹਰ, ਹਾਊ, ਕੀ ਤੁਸੀਂ ਉਸਦੀ ਮਦਦ ਕਰੋਗੇ ਅਤੇ ਕਿਵੇਂ? ਯੈਸ ਵੀ ਵਿਲ ਹੈਲਪ ਆਫ ਦੀ ਬਲਾਈਂਡ ਸਟੂਡੈਂਟ, ਹਾਂ ਅਸੀਂ ਬਲਾਈਂਡ ਸਟੂਡੈਂਟ ਦੀ ਮਦਦ ਕਰਾਂਗੇ। ਵੀ ਸ਼ੁੱਡ ਹੈਲਪ ਹੈਮ ਹਰ, ਅਸੀਂ ਉਸਦੀ ਮਦਦ ਕਰਾਂਗੇ ਜੀ। ਬਾਈ ਟੇਕਿੰਗ ਟਾਕ, ਗੱਲਬਾਤ ਦੇ ਦੌਰਾਨ ਅਸੀਂ ਉਹਦੀ ਮਦਦ ਕਰਾਂਗੇ। ਕਨਵਰਸੇਸ਼ਨ, ਵਾਰਤਾਲਾਪ ਦੇ ਨਾਲ। ਪ੍ਰੈਕਟੀਕਲ ਕਰਕੇ ਐਟਸੈਕਟਰਾ, ਇਹਨਾਂ ਰਾਹੀਂ ਅਸੀਂ ਉਹਦੀ ਮਦਦ ਕਰਾਂਗੇ। ਲੌਂਗ ਆਨਸਰ ਕੁਐਸਚਨਸ, ਹਾਊ ਆਵਰ ਆਈ ਸੀ ਐਨ ਅਬਜੈਕਟ, ਸਾਡੀਆਂ ਅੱਖਾਂ ਕਿਸੇ ਚੀਜ਼ ਨੂੰ ਕਿਵੇਂ ਦੇਖਦੀਆਂ। ਵੈਨ ਵੀ ਲੁੱਕ ਐਟ ਐਨ ਅਬਜੈਕਟ, ਜਦੋਂ ਅਸੀਂ ਕਿਸੇ ਚੀਜ਼ ਨੂੰ ਦੇਖ ਰਹੇ ਹੁੰਦੇ ਹਾਂ। ਦ ਲਾਈਟ ਫਰੋਮ ਦੈਟ ਅਬਜੈਕਟ ਇੰਟਰਸ ਆਵਰ ਆਈਜ਼, ਉਸ ਚੀਜ਼ ਦੀ ਜੋ ਲਾਈਟ ਹੈ ਸਾਡੀਆਂ ਅੱਖਾਂ ਦੇ ਅੰਦਰ ਚਲੀ ਜਾਂਦੀ ਹੈ। ਐਂਡ ਇਮੀਡੀਏਟਲੀ ਸੈਂਡ ਸਿਗਨਲਸ ਟੂ ਦੀ ਬ੍ਰੇਨ, ਸਾਡੇ ਬ੍ਰੇਨ ਨੂੰ ਕੀ ਦਿੰਦੀ ਹੈ ਜੀ, ਸਿਗਨਲ ਦਿੰਦੀਆਂ। ਦ ਬ੍ਰੇਨ ਹੈਲਪਸ ਅਸ ਟੂ ਨੋ ਦੀ ਸ਼ੇਪ, ਸਾਈਜ਼ ਐਂਡ ਕਲਰ ਆਫ ਦੀ ਅਬਜੈਕਟ ਵੀ ਆਰ ਸੀਇੰਗ, ਸਾਡਾ ਬ੍ਰੇਨ ਵਾਪਸ ਮੈਸੇਜ ਕਰਦਾ ਕਿ ਜੋ ਤੁਸੀਂ ਚੀਜ਼ ਦੇਖ ਰਹੇ ਹੋ ਉਸ ਦਾ ਸਾਈਜ਼ ਕੀ ਹੈ, ਉਸ ਦਾ ਕਲਰ ਕੀ ਹੈ, ਉਸ ਦੀ ਸ਼ੇਪ ਕੀ ਹੈਗੀ ਆ। ਸੈਕੰਡ ਕੁਐਸਚਨ ਇਜ਼ ਹਾਊ ਸ਼ੁੱਡ ਵੀ ਟੇਕ ਕੇਅਰ ਆਫ ਆਵਰ ਆਈਜ਼, ਸਾਨੂੰ ਆਪਣੀ ਅੱਖਾਂ ਦੀ ਦੇਖਭਾਲ ਕਿਵੇਂ ਕਰਨੀ ਚਾਹੀਦੀ ਹੈ। ਆਨਸਰ ਇਜ਼ ਵੀ ਸ਼ੁੱਡ ਟੇਕ ਬਾਥ ਵਿਦ ਆਵਰ ਸਕਿਨ, ਸਾਨੂੰ ਸਾਡੀ ਸਕਿਨ ਦੀ ਦੇਖਭਾਲ ਕਿਵੇਂ ਕਰਨੀ ਚਾਹੀਦੀ ਹੈ। ਵੀ ਸ਼ੁੱਡ ਟੇਕ ਬਾਥ ਵਿਦ ਸੋਪ, ਸਾਨੂੰ ਸੋਪ ਦੇ ਨਾਲ ਨਹਾਉਣਾ ਚਾਹੀਦਾ ਜੀ। ਵੀ ਸ਼ੁੱਡ ਆਲਵੇਜ਼ ਵੀਅਰ ਕਲੀਨ ਕਲੋਥ, ਸਾਨੂੰ ਹਮੇਸ਼ਾ ਸਾਫ਼ ਕੱਪੜੇ ਪਹਿਨਣੇ ਚਾਹੀਦੇ ਆ। ਵੀ ਸ਼ੁੱਡ ਅਪਲਾਈ ਐਨ ਐਂਟੀਸੈਪਟਿਕ ਲੋਸ਼ਨ ਔਨ ਐਨੀ ਸਕਰੈਚ ਔਰ ਕੱਟ ਔਨ ਦੀ ਸਕਿਨ, ਸਾਨੂੰ ਸਾਡੀ ਸਕਿਨ ਦੇ ਉੱਤੇ ਐਂਟੀਸੈਪਟਿਕ ਲੋਸ਼ਨ ਲਾਉਣਾ ਚਾਹੀਦਾ। ਜਿੱਥੇ ਕਿਤੇ ਕੱਟ ਹੋਵੇ ਜਾਂ ਫਿਰ ਸਕਰੈਚ ਪਿਆ ਹੋਵੇ ਤਾਂ ਸਾਨੂੰ ਐਂਟੀਸੈਪਟਿਕ ਕੀਟਾਣੂ ਰਾਹਤ ਸਾਨੂੰ ਲੋਸ਼ਨ ਲਾਉਣਾ ਚਾਹੀਦਾ। ਲਾਸਟ ਕੁਐਸਚਨ ਇਜ਼ ਹਾਊ ਡੂ ਵੀ ਹੀਅਰ ਦੀ ਸਾਊਂਡ ਫਾਲਿੰਗ ਔਨ ਆਵਰ ਈਅਰਸ, ਸਾਡੇ ਕੰਨਾਂ ਦੇ ਅੰਦਰ ਕਿਸੇ ਚੀਜ਼ ਦੀ ਆਵਾਜ਼ ਕਿਵੇਂ ਜਾਂਦੀ ਹੈ, ਉਸ ਨੂੰ ਅਸੀਂ ਕਿਵੇਂ ਰਿਸੀਵ ਕਰਦੇ ਹਾਂ। ਫਸਟਲੀ ਦ ਆਊਟਰ ਈਅਰ ਕੈਚਸ ਦੀ ਸਾਊਂਡ ਫਰੋਮ ਦੀ ਸਰਾਊਂਡਿੰਗ, ਪਹਿਲਾਂ ਕੀ ਹੁੰਦਾ ਸਾਡੇ ਬਾਹਰੀ ਕੰਨ ਕਿਸੇ ਆਵਾਜ਼ ਨੂੰ ਕੀ ਕਰਦੇ, ਸੁਣਦੇ ਹੈਗੇ ਆ। ਐਂਡ ਸੈਂਡਸ ਦੈਮ ਟੂ ਇਨਰ ਈਅਰ, ਅਤੇ ਉਸ ਚੀਜ਼ ਦਾ ਜੋ ਮੈਸੇਜ ਆ ਸਾਡੇ ਇਨਰ ਈਅਰ ਨੂੰ ਦਿੰਦੇ ਹੈਗੇ ਆ, ਮੀਨਸ ਕੰਨਾਂ ਦੇ ਅੰਦਰ ਉਸ ਚੀਜ਼ ਦਾ ਮੈਸੇਜ ਦਿੰਦੀ ਆ। ਸੈਕੰਡਲੀ ਦ ਨਰਵਸ ਆਫ ਦੀ ਇਨਰ ਈਅਰਸ, ਜੋ ਸਾਡੇ ਕੰਨ ਦੀਆਂ ਅੰਦਰਲੀਆਂ ਨਾੜੀਆਂ ਹੁੰਦੀਆਂ ਹਨ, ਸੈਂਡ ਮੈਸੇਜ ਟੂ ਦੀ ਬ੍ਰੇਨ, ਸਾਡੇ ਬ੍ਰੇਨ ਨੂੰ ਮੈਸੇਜ ਦਿੰਦੀਆਂ। ਦੈਨ ਦ ਬ੍ਰੇਨ ਰੀਡਸ ਦੀ ਮੈਸੇਜ, ਫਿਰ ਸਾਡਾ ਬ੍ਰੇਨ ਉਸ ਚੀਜ਼ ਦਾ ਮੈਸੇਜ ਨੂੰ ਰੀਡ ਆਊਟ ਕਰਦਾ। ਐਂਡ ਅਨੇਬਲਸ ਅਸ ਟੂ ਹੀਅਰ ਦੀ ਸਾਊਂਡ, ਅਤੇ ਉਸ ਚੀਜ਼ ਦਾ ਮੈਸੇਜ ਆ ਵਾਪਸ ਈਅਰਸ ਨੂੰ ਦਿੰਦਾ ਕਿ ਜੋ ਤੁਸੀਂ ਆਵਾਜ਼ ਸੁਣੀ ਆ ਕਿਸੇ ਪਲੈਜ਼ੈਂਟ ਸੀ ਜਾਂ ਫਿਰ ਅਨਪਲੈਜ਼ੈਂਟ ਸੀ। ਓਕੇ ਸਟੂਡੈਂਟ, ਲੈਸਨ 6 ਇਜ਼ ਫੁੱਲੀ ਕੰਪਲੀਟ ਵਿਦ ਆ ਬੈਕ ਐਕਸਰਸਾਈਜ਼। ਸਟੂਡੈਂਟ ਜੋ ਤੁਹਾਡਾ ਲੈਸਨ 6 ਆ ਉਹ ਪੂਰੀ ਤਰ੍ਹਾਂ ਦੇ ਨਾਲ ਬੈਕ ਐਕਸਰਸਾਈਜ਼ ਦੇ ਨਾਲ ਕੰਪਲੀਟ ਹੋ ਗਿਆ। ਤੁਸੀਂ ਫੇਅਰ ਕੰਪਲੀਟ ਹੋ ਚੁੱਕਿਆ ਹੈ। ਤੁਸੀਂ ਆਪਣੀ ਫੇਅਰ ਨੋਟਬੁੱਕ ਦੇ ਉੱਤੇ ਕੁਐਸਚਨ ਆਨਸਰ ਨੂੰ ਰਾਈਟ ਕਰਨਾ ਸਾਫ ਹੈਂਡ ਰਾਈਟਿੰਗ ਦੇ ਵਿੱਚ। ਪਾਰਟ C, D, E ਇਹ ਤੁਸੀਂ ਨੋਟਬੁੱਕ ਦੇ ਉੱਤੇ ਕਰਨੇ ਆ। A, B ਐਂਡ C ਪਾਰਟ C ਬੁੱਕ ਦੇ ਉੱਪਰ ਫਿਲਅਪ ਕਰਨੇ ਆ। ਥੈਂਕ ਯੂ ਸਟੂਡੈਂਟ, ਸਟੇ ਹੋਮ, ਸੇਫ ਲਾਈਫ, ਹੈਵ ਅ ਨਾਈਸ ਡੇ।